ਸਤਿਕਾਰਯੋਗ ਮਾਨਯੋਗ ਗੁਰੂ ਰੂਪ ਸਤਿਗੁਰੂ ਜੀ ਦੇ ਪਿਆਰਿਓ, ਪ੍ਰਕਾਸ਼ ਪੁਰਬ ਤੇ ਵਿਸ਼ੇਸ਼। ਸੁਦੀ ਭਾਦਰੋਂ ਏਕਮ 16 ਬਿਕਰਮ। ਸੁਦੀ ਭਾਦਰੋਂ ਏਕਮ 16 ਬਿਕਰਮ ਬਣਿਆ ਇੱਕ ਸੀ ਨਵਾਂ ਇਤਿਹਾਸ ਸੰਗਤੇ। ਨਿਰਗੁਣ ਸਰਗੁਣ ਦਾ ਗੁਣ ਗੁਣਾਦ ਲਿਖ ਕੇ ਬਣਿਆ ਇੱਕ ਸੀ ਬੋਹਤ ਖਾਸ ਸੰਗਤੇ। ਪੰਚਮ ਪਾਤਸ਼ਾਹ ਸੀਸ ਤੇ ਧਰ ਤੁਰ ਪੈ, ਬਾਬਾ ਬੁੱਢਾ ਜੀ ਚੌਰ ਚਲਾਉਂਦੇ ਨੇ। ਜਲ ਛਿੜਕਦੇ ਭਾਈ ਜੀ ਗਾਉਣ ਸੰਗਤਾਂ, ਹੋਇਆ ਹਰਮੰਦਰ 'ਚ ਪਹਿਲਾ ਪ੍ਰਕਾਸ਼ ਸੰਗਤੇ। ਜਲ ਛਿੜਕਦੇ ਭਾਈ ਜੀ ਗਾਉਣ ਸੰਗਤਾਂ, ਹੋਇਆ ਹਰਮੰਦਰ 'ਚ ਪਹਿਲਾ ਪ੍ਰਕਾਸ਼ ਸੰਗਤੇ। ਸ਼ਬਦ ਅਵਤਾਰ ਬਾਣੀ ਦੇ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸਮੇਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੋਲ ਕੇ ਸੁਣਾਇਆ। ਭਾਈ ਗੁਰਦਾਸ ਜੀ ਨੇ ਲਿਖਣ ਦੀ ਸੇਵਾ ਨਿਭਾਈ। ਸੰਪੂਰਨਤਾ ਹੋਣ ਉਪਰੰਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਦੇ ਬੋਹਤ ਰੂਪੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸੀਸ 'ਤੇ ਸੁਭਾਇਮਾਨ ਕੀਤਾ। ਬਾਬਾ ਬੁੱਢਾ ਜੀ ਨੇ ਚੌਰ ਸਾਹਿਬ ਦੀ ਸੇਵਾ ਨਿਭਾਈ। ਭਾਈ ਗੁਰਦਾਸ ਜੀ ਨੇ ਅੱਗੇ ਅੱਗੇ ਜਲ ਛਿੜਕਣ ਦੀ ਸੇਵਾ ਕੀਤੀ ਅਤੇ ਨਾਲ ਸਮੂਹ ਸੰਗਤਾਂ ਨੇ ਸ਼ਬਦ ਗਾਇਨ ਕੀਤੇ, ਜਿਨ੍ਹਾਂ ਦੇ ਬੋਲ ਸੀ ਬਹੁਤ ਰਸੀਲੀ ਆਵਾਜ਼ ਵਿੱਚ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਸੋ ਥਾਨ ਸੁਹਾਵਾ ਰਾਮ ਰਾਜੇ ਆਦਿ ਗਾਇਨ ਕਰਦੀਆਂ ਸੰਗਤਾਂ ਰਾਮਸਰ ਜੀ ਦੇ ਅਸਥਾਨ ਤੋਂ ਹਰਿਮੰਦਰ ਸਾਹਿਬ ਪਹੁੰਚੀਆਂ ਅਤੇ ਸਤਿਗੁਰੂ ਜੀ ਦੇ ਸਰੂਪ ਨੂੰ ਪ੍ਰਕਾਸ਼ਮਾਨ ਕੀਤਾ। ਇਹ ਦਿਨ ਭਾਦਰੋਂ ਸੁਦੀ ਏਕਮ 1661 ਬਿਕਰਮੀ ਸੀ। ਇਸ ਦਿਨ ਨੂੰ ਪਹਿਲਾ ਪ੍ਰਕਾਸ਼ ਦਿਵਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਪਰੰਤ ਦਸਮ ਪਾਤਸ਼ਾਹ ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਤਲਵੰਡੀ ਸਾਬੋ, ਜਿਸ ਨੂੰ ਦਮਦਮਾ ਸਾਹਿਬ ਵੀ ਕਿਹਾ ਜਾਂਦਾ ਹੈ, ਵਿਹਲੇ ਹੋਣ ਉਪਰੰਤ ਉੱਥੇ ਦਮ ਲਿਆ, ਭਾਵ ਉੱਥੇ ਕੁਝ ਸਮੇਂ ਲਈ ਰੁਕੇ। ਇਸ ਕਰਕੇ ਉਸ ਦਾ ਨਾਮ ਦਮਦਮਾ ਸਾਹਿਬ ਹੈ। ਸਿੱਖਾਂ ਨੂੰ ਭੇਜ ਕੇ ਧੀਰ ਮੱਲੀਆਂ ਤੋਂ ਇਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਗਵਾਉਣ ਦੀ ਕੋਸ਼ਿਸ਼ ਕੀਤੀ। ਅੱਗੋਂ ਧੀਰ ਮੱਲੀਆਂ ਨੇ ਗੁਰੂ ਸਾਹਿਬ ਨੂੰ ਅਪਸ਼ਬਦ ਬੋਲੇ ਕਿ ਜੇ ਉਹ ਗੁਰੂ ਹੈ ਤੇ ਬਾਣੀ ਆਪ ਉਚਾਰਨ ਕਰ ਲਵੇ। ਉਸ ਤੋਂ ਉਪਰੰਤ ਦਸਮ ਪਾਤਸ਼ਾਹ ਜੀ ਅੰਤਰ ਧਿਆਨ ਹੋ ਕੇ ਸਮਾਧੀ ਸਥਿਤ ਹੋ ਕੇ ਇੱਕ ਓਅੰਕਾਰ ਤੋਂ ਆਰੰਭ ਕਰਕੇ 18-10-20 ਤੱਕ ਸਾਰੇ ਦਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ
ਉਚਾਰਨ ਕਰ ਦਿੱਤਾ। ਸ਼ਹੀਦ ਬਾਬਾ ਮਨੀ ਸਿੰਘ ਜੀ ਲਿਖਣ ਲੱਗੇ। ਦਸਮ ਪਾਤਸ਼ਾਹ ਜੀ ਇਸ ਤਰ੍ਹਾਂ ਉਚਾਰਨ ਦੇ ਹੋਏ ਅਤੇ ਬਾਬਾ ਮਨੀ ਸਿੰਘ ਜੀ ਲਿਖਦੇ ਹੋਏ ਬਾਬਾ ਦੀਪ ਸਿੰਘ ਜੀ ਕਾਗਜ਼ ਸਿਆਹੀ ਕਲਮ ਆਦਿ ਫੜਾਉਂਦੇ ਸੀ। ਇਸੇ ਕਰਕੇ ਉਸ ਸਥਾਨ ਦਾ ਨਾਮ ਕਲਮਸਰ ਵੀ ਹੈ। ਉਪਰੰਤ ਜਦੋਂ ਗੁਰੂ ਜੀ ਹਜ਼ੂਰ ਸਾਹਿਬ ਵੱਲ ਗਏ, ਨੰਦੇੜ ਦੀ ਧਰਤੀ 'ਤੇ ਗਏ, ਉਸ ਸਮੇਂ 1765 ਬਿਕਰਮੀ ਭਾਵ ਕਿ 104 ਸਾਲਾਂ ਬਾਅਦ ਕੱਤਕ ਵਦੀ ਦੂਜ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰਕੇ ਗੁਰਗੱਦੀ 'ਤੇ ਸੁਭਾਏਮਾਨ ਕਰ ਦਿੱਤਾ। ਸੋ ਸਬਦਾ ਅਵਤਾਰ ਬਾਣੀ ਦੇ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਕਰਮੀ 1765 ਕੱਤਕ ਸੁਦੀ ਦੂਜ ਨੂੰ ਜੁਗੋ ਜੁਗ ਅਟਲ ਗੁਰਗੱਦੀ 'ਤੇ ਬਿਰਾਜਮਾਨ ਹੋਏ। ਇਸ ਪ੍ਰਥਾਏਂ ਵਧਾਈਆਂ, ਮੁਬਾਰਕਬਾਦ। ਕਾਰਜ ਉਸ ਦਾ ਸਫਲ ਹੈ ਹੋਮਦਾ ਜੀ, ਜਿਹਨੇ ਗੁਰੂ ਬੰਨੀ ਕੀਤੀ ਧਾਈ ਹੋਵੇ। ਕਾਰਜ ਉਸ ਦਾ ਸਫਲ ਹੈ ਹੋਮਦਾ ਜੀ, ਜਿਹਨੇ ਗੁਰੂ ਬੰਨੀ ਕੀਤੀ ਧਾਈ ਹੋਵੇ। ਕਦਰ ਉਹਨਾਂ ਦੀ ਜੱਗ 'ਤੇ ਸਦਾ ਹੁੰਦੀ, ਜਿਨ੍ਹਾਂ ਵਿੱਦਿਆ ਪੜ੍ਹੀ ਪੜ੍ਹਾਈ ਹੋਵੇ। ਸਦਾ ਸੁਖੀ ਹੈ ਜੱਗ 'ਤੇ ਉਹ ਰਹਿੰਦੇ, ਜਿਨ੍ਹਾਂ ਮਨ ਉੱਤੇ ਫਤਿਹ ਪਾਈ ਹੋਵੇ। ਬਲਵੀਰ ਸਿੰਘ ਸ਼ੌਂਕੀ ਸਭ ਸੰਸਾਰ ਤਾਈਂ ਲੱਖ ਲੱਖ ਹੈ ਅੱਜ ਵਧਾਈ ਹੋਵੇ। ਬਲਵੀਰ ਸਿੰਘ ਸ਼ੌਂਕੀ ਸਭ ਸੰਸਾਰ ਤਾਈਂ ਲੱਖ ਲੱਖ ਹੈ ਅੱਜ ਵਧਾਈ ਹੋਵੇ। ਧੁਰ ਤੋਂ ਆਈ ਬਾਣੀ। ਸੁਰਤ ਜੁੜੀ ਅਕਾਲ ਨਾ ਇੱਕ ਮਿੱਕ ਹੋ ਗਏ। ਸੁਰਤ ਜੁੜੀ ਅਕਾਲ ਨਾ ਇੱਕ ਮਿੱਕ ਹੋ ਗਏ। ਰਜਾ ਰੱਬ ਦੀ ਧੁਰ ਤੋਂ ਆਈ ਬਾਣੀ। ਬਾਣੀ ਨਿਰਗੁਣ ਸਰੂਪ ਦੀ ਕਰੇ ਉਸਤਤ। ਬਾਣੀ ਗੁਰੂ ਤੇ ਗੁਰੂ ਕਹਾਈ ਬਾਣੀ। ਬਾਣੀ ਚਾਨਣ ਮਨਾਰਾ ਹੈ ਜੱਗ ਅੰਦਰ। ਬਾਣੀ ਰੂਪ ਹੋਏ ਜਿਨ੍ਹਾਂ ਥਿਆਈ ਬਾਣੀ। ਬਾਣੀ ਚਾਨਣ ਮਨਾਰਾ ਹੈ ਜੱਗ ਅੰਦਰ। ਬਾਣੀ ਰੂਪ ਹੋ ਗਏ ਜਿਨ੍ਹਾਂ ਥਿਆਈ ਬਾਣੀ। ਬਾਣੀ ਸਿੰਘ ਬਲਵੀਰ ਦੁੱਖ ਪਾਪ ਹਰਦੀ, ਜਿਨ੍ਹਾਂ ਪੜ੍ਹੀ ਪੜ੍ਹਾਈ ਅਤੇ ਗਾਈ ਬਾਣੀ। ਬਾਣੀ ਸਿੰਘ ਬਲਵੀਰ ਦੁੱਖ ਪਾਪ ਹਰਦੀ, ਜਿਨ੍ਹਾਂ ਪੜ੍ਹੀ ਪੜ੍ਹਾਈ ਅਤੇ ਗਾਈ ਬਾਣੀ। ਪ੍ਰਸ਼ਨ, ਬਾਣੀ ਕੀ ਹੁੰਦੀ ਹੈ? ਬਾਣੀ ਅਤੇ ਗੁਰਬਾਣੀ ਵਿੱਚ ਕੀ ਅੰਤਰ ਹੈ? ਉੱਤਰ, ਬਾਣੀ ਮੂੰਹ ਦੇ ਵਿੱਚੋਂ ਆਈ ਆਵਾਜ਼ ਨੂੰ ਬਾਣੀ ਕਿਹਾ ਜਾਂਦਾ ਹੈ। ਮੂੰਹ ਵਿੱਚੋਂ ਨਿਕਲੀ ਗੱਲ ਨੂੰ, ਆਵਾਜ਼ ਨੂੰ ਬਾਣੀ ਕਿਹਾ ਜਾਂਦਾ ਹੈ। ਇਸ ਬਾਣੀ ਦੀਆਂ 4 ਕਿਸਮਾਂ ਹਨ: ਪਰਾ, ਪਸੰਤੀ, ਮੱਧਮਾ, ਬੈਖਰੀ। ਹਿਰਦੇ ਵਿੱਚ ਗੁਪਤ ਰੂਪ ਵਿੱਚ ਜਿਹੜੀ ਗੱਲ ਹੈ ਉਹ ਅਸੀਂ ਕਹਿਣੀ ਹੈ, ਪਰ ਦਿਮਾਗ ਤੋਂ ਵਿਸਰ ਗਈ ਹੈ। ਉਸ ਨੂੰ ਅਸੀਂ ਵਾਰ-ਵਾਰ ਯਾਦ ਕਰਦੇ ਹਾਂ ਕਿ ਆਹ ਗੱਲ ਸੀ ਜੋ ਕਹਿਣੀ ਸੀ। ਉਹ ਯਾਦ ਨਹੀਂ ਆ ਰਹੀ, ਆਵੇਗੀ ਪਰ ਕਦੀ। ਇਸ ਕਰਕੇ ਉਸ ਦਾ ਨਾਮ ਪਰਾ ਬਾਣੀ ਹੈ। ਹਿਰਦੇ ਵਿੱਚ ਪ੍ਰਗਟ ਹੈ, ਯਾਦ ਹੈ, ਕਹਿਣੀ ਹੈ, ਪਰ ਕਹਿਣ ਦਾ ਸਮਾਂ ਪ੍ਰਾਪਤ ਨਹੀਂ ਹੋਇਆ, ਕਹਿ ਨਹੀਂ ਸਕੇ। ਇਸ ਕਰਕੇ ਉਸ ਬਾਣੀ ਦਾ ਨਾਮ ਪਸੰਤੀ ਬਾਣੀ ਹੈ। ਦੂਸਰਾ, ਕੋਈ ਹੋਰ ਨਾ ਸੁਣ ਲਵੇ, ਕਿਸੇ ਖਾਸ ਵਿਅਕਤੀ ਨੂੰ ਸੁਣਾਉਣੀ, ਉਹਦੇ ਕੰਨ ਵਿੱਚ ਹੌਲੀ ਜਿਹੇ ਬੋਲ ਕੇ ਦੱਸਣੀ ਤਾਂ ਜੋ ਕੋਈ ਹੋਰ ਨਾ ਸੁਣੇ। ਉਸ ਦਾ ਨਾਮ
ਮੱਧਮਾ ਬਾਣੀ ਹੈ। ਉੱਚੀ ਬੋਲ ਕੇ ਸਭ ਨੂੰ ਸੁਣਾਉਣ ਵਾਲੀ ਗੱਲ ਜੋ ਸਭ ਨੂੰ ਸੁਣਾਈ ਜਾਵੇ। ਆਵਾਜ਼ ਬੋਲਣ ਵਾਲੇ ਦੇ ਹਿਰਦੇ 'ਚੋਂ ਗਲੇ ਰਾਹੀਂ ਮੂੰਹ 'ਚ ਆਉਂਦੀ, ਜ਼ਬਾਨ ਨਾਲ ਸੁਧਰ ਕੇ ਮੂੰਹ 'ਚੋਂ ਬਾਹਰ ਆ ਕੇ ਬਿਖਰਦੀ ਸੁਣਾਈ ਦਿੰਦੀ। ਇਸ ਦਾ ਨਾਮ ਵੈਖਰੀ ਬਾਣੀ ਹੈ। ਵੈਖਰੀ ਬਾਣੀ ਕੰਨਾਂ ਰਾਹੀਂ ਹਿਰਦੇ 'ਚ ਸਮਾ ਜਾਂਦੀ। ਇਸ ਬਾਣੀ ਦਾ ਸਰੂਪ ਨਹੀਂ, ਇਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਇ। ਬਾਣੀ ਦਾ ਕੋਈ ਸਰੂਪ ਨਹੀਂ ਹੁੰਦਾ। ਖਾਸ ਦੇ ਮੂੰਹੋਂ ਨਿਕਲੀ ਬਾਣੀ ਵਿਸ਼ੇਸ਼ਤਾ ਰੱਖਦੀ ਹੈ। ਸਤਿਗੁਰੂ ਜੀ ਦੇ ਮੂੰਹੋਂ ਮੁਖਾਰ ਬਿੰਦ 'ਚੋਂ ਨਿਕਲੀ ਬਾਣੀ ਗੁਰਬਾਣੀ ਅਖਵਾਉਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੈਖਰੀ ਬਾਣੀ ਹੈ, ਕਿਉਂਕਿ ਜੀਵ ਨੂੰ ਜੀਵ ਪ੍ਰਤੀ ਉੱਚੀ ਬੋਲ ਕੇ, ਗਾ ਕੇ ਸੁਣਾਈ ਗਈ, ਸਮਝਾਈ ਗਈ ਹੈ। ਇਸ ਵਿੱਚ ਦੇਸ਼ ਪ੍ਰਦੇਸ਼, ਸਮਾਜਿਕ ਊਚ ਨੀਚ, ਵਰਨ ਜਾਤੀ ਆਦਿ ਦਾ ਕੋਈ ਵਿਤਕਰਾ ਨਹੀਂ। ਸਮੁੱਚੇ ਭਾਰਤ ਖੰਡ ਦੇ 36 ਮਹਾਂਪੁਰਸ਼ਾਂ ਦੀ ਸਰਬ ਸਾਂਝੀ ਗੁਰਬਾਣੀ ਹੈ। ਇਸ ਵਿੱਚ ਵਰਨ ਜਾਤੀ ਆਦਿ ਦੀ ਕੋਈ ਪ੍ਰਧਾਨਤਾ ਨਹੀਂ, ਕਰਨੀ ਨੂੰ ਪ੍ਰਧਾਨ ਮੰਨਿਆ ਗਿਆ ਹੈ। ਇਹ ਸਰਬ ਸਾਂਝੀ ਗੁਰਬਾਣੀ ਦਾ ਸਮੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੇ ਸੰਸਾਰਕ ਮਨੁੱਖਤਾ ਲਈ ਸਤਿਕਾਰਯੋਗ ਅਤੇ ਪੂਜਣਯੋਗ ਹੈ। ਇਹ ਸਿਫਤੀ ਦਾ ਸਾਗਰ ਹੈ। ਇਸ ਦੇ ਪਹਿਲਾ ਪ੍ਰਕਾਸ਼ ਪੁਰਬ ਅਤੇ ਫਿਰ ਗੁਰਤਾ ਦਿਵਸ 'ਤੇ ਬਿਰਾਜਮਾਨ ਹੋਣ ਦੇ ਸਮੇਂ ਨੂੰ ਸਮਰਪਿਤ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸੋ ਇਸ ਬਾਣੀ ਦੇ ਪ੍ਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਥਾਏ ਗੁਰੂ ਗ੍ਰੰਥ ਤਾਈਂ ਘਰ ਆਪਣੇ ਲਿਜਾਏ ਜਿਹੜਾ। ਗੁਰੂ ਗ੍ਰੰਥ ਤਾਈਂ ਘਰ ਆਪਣੇ ਲਿਜਾਏ ਜਿਹੜਾ, ਮਨ ਤਨ ਸੋਧ ਕੇ ਜੋ ਪਾਠ ਹੈ ਕਰਾਉਂਦਾ, ਉਸ ਦੇ ਇਹ ਕੰਮ ਰੱਬ ਸਾਰੇ ਹੀ ਸਵਾਰ ਦਿੰਦਾ। ਜਿਹੜਾ ਇਸ ਤਾਈਂ ਪ੍ਰਤੱਖ ਹੈ ਮਨਾਉਂਦਾ। ਇਸ ਵਿੱਚ ਤੇਰ ਮੇਰ ਊਚ ਨੀਚ ਭਾਵ ਨਹੀਂਓ। ਨੂਰ ਵਿੱਚੋਂ ਪੈਦਾ ਹੋਏ ਨੂਰ 'ਚ ਸਮਾਉਂਦਾ। ਇਸ ਵਿੱਚ ਤੇਰ ਮੇਰ ਊਚ ਨੀਚ ਭਾਵ ਨਹੀਂਓ। ਨੂਰ ਵਿੱਚੋਂ ਪੈਦਾ ਹੋਇਆ ਨੂਰ 'ਚ ਸਮਾਉਂਦਾ। ਸਿੰਘ ਬਲਵੀਰ ਸ਼ੌਂਕੀ ਕੋਟਨ ਕੋਟ ਤਾਰ ਦਿੱਤੇ, ਪੜ੍ਹੇ ਤੇ ਪੜ੍ਹਾਵੇ ਅਤੇ ਸੁਣੇ ਜੋ ਸੁਣਾਉਂਦਾ। ਸਤਿਗੁਰੂ ਜੀ ਦੇ ਪਿਆਰਿਓ, ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਿੰਘ ਬਲਵੀਰ ਸ਼ੌਂਕੀ ਇਨ ਕੋਟਨ ਕੋਟ ਤਾਰ ਦਿੱਤੇ, ਪੜ੍ਹੇ ਤੇ ਪੜ੍ਹਾਵੇ ਅਤੇ ਸੁਣੇ ਜੋ ਸੁਣਾਉਂਦਾ। ਪ੍ਰਕਾਸ਼ ਦਿਵਸ 'ਤੇ ਅੱਜ ਇਤਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।